ਜਿੱਥੇ ਸਾਡੇ ਪੰਜਾਬ ਦੇ ਕਿਸਾਨਾਂ ਨੇ ਆਪਣੀ ਮਿਹਨਤ ਅਤੇ ਮੁਸ਼ੱਕਤ ਨਾਲ ਭਾਰਤ ਦੇ ਅੰਨ ਭੰਡਾਰ ਭਰਨ ਵਿੱਚ ਕੋਈ ਕਸਰ ਨਹੀਂ ਛੱਡੀ, ਉੱਥੇ ਪੇਂਡੂ ਸਵਾਣੀਆਂ ਦੇ ਯੋਗਦਾਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸੇ ਲਈ ਅੱਜ ਅਸੀਂ ਤੁਹਾਨੂੰ ਮਿਲਵਾ ਰਹੇ ਹਾਂ ਇੱਕ ਮਿਹਨਤਕਸ਼ ਸਫਲ ਕਿਸਾਨ ਬੀਬਾ ਹਰਿੰਦਰ ਕੌਰ ਦੇ ਨਾਲ, ਜਿਨ੍ਹਾਂ ਦਾ ਪਿੰਡ ਹੈ ਬੀਰਬਰਪੁਰ, ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ। ਤੇ ਆਓ ਸੁਣਦੇ ਹਾਂ ਉਹਨਾਂ ਦੀ ਮਿਹਨਤ ਦੀ ਕਹਾਣੀ, ਉਹਨਾਂ ਦੀ ਜਵਾਨੀ। ਮੈਂ ਖੇਤੀਬਾੜੀ ਨਾਲ ਪਿਛਲੇ 10 ਸਾਲਾਂ ਤੋਂ ਜੁੜੀ ਹੋਈ ਹਾਂ। ਮੇਰੇ ਕੋਲ ਪਿੰਡ ਬੀਰਬਲਪੁਰਾ 'ਚ ਆਪਣੀ ਜ਼ਮੀਨ ਹੈ ਜਿਸ ਉੱਪਰ ਮੈਂ ਖੇਤੀ ਕਰਦੀ ਹਾਂ। ਮੈਂ ਆਪਣੀ ਸਕੂਲਿੰਗ ਤੋਂ ਬਾਅਦ ਮੈਂ ਮੈਡੀਕਲ ਲੈ ਕੇ ਸਕੂਲਿੰਗ ਕਰਕੇ ਮੈਂ BSc ਤੋਂ ਬਾਅਦ MSc ਜੀਓਲੋਜੀ ਵਿੱਚ ਦਾਖਲਾ ਲੈ ਕੇ ਕੀਤਾ। ਬਟ ਉਸ ਤੋਂ ਬਾਅਦ ਜਿਸ ਤਰ੍ਹਾਂ ਵੀ 2-4 ਸਾਲ ਜਦੋਂ ਨੌਕਰੀ ਨਹੀਂ ਮਿਲੀ ਤਾਂ ਮੈਂ ਆਪਣਾ ਰੁਝਾਨ ਜਿਹੜਾ ਉਹ ਖੇਤੀ ਵੱਲ ਕਰ ਲਿਆ, ਜਿਸ ਵਿੱਚ ਕਿ ਮੈਨੂੰ ਬਹੁਤ ਜ਼ਿਆਦਾ ਸਕੋਪ ਲੱਗ ਰਿਹਾ ਸੀ ਕਿ ਅਸੀਂ ਖੇਤੀ ਪ੍ਰਧਾਨ ਦੇਸ਼ ਹੈ। ਸੋ ਇਹਦੇ ਵਿੱਚ ਸਾਨੂੰ ਕਰਨ ਨੂੰ ਬਹੁਤ ਐਕਸਪੈਰੀਮੈਂਟ, ਜਿਸ ਤਰ੍ਹਾਂ ਅਸੀਂ ਵੱਖ ਹਰ ਸਾਲ ਕੁਛ ਨਾ ਕੁਛ ਨਵਾਂ ਤਜਰਬਾ ਕਰ ਸਕਦੇ ਹਾਂ, ਉਹ ਕਰਨ ਨੂੰ ਮਿਲਦਾ ਸੀ। ਅਤੇ ਕਿਉਂਕਿ ਇਹ ਸਾਡਾ ਪਿਤਾ ਪੁਰਖੀ ਕਿੱਤਾ ਸੀ, ਸੋ ਇਸ ਨੂੰ ਅਪਣਾਉਣ ਵਿੱਚ ਕੁਛ ਜ਼ਿਆਦਾ ਸਾਨੂੰ ਮਤਲਬ ਟ੍ਰੇਨਿੰਗ ਦੀ ਨਹੀਂ ਲੋੜ, ਕਿਉਂਕਿ ਇਹ ਸਾਡੇ ਖੂਨ ਵਿੱਚ ਹੀ ਸੀ। ਸ਼ੁਰੂ ਵਿੱਚ ਤਾਂ ਅਸੀਂ ਕਾਫੀ ਚੀਜ਼ਾਂ ਟਰਾਈ ਕੀਤੀਆਂ, ਜਿਸ ਤਰ੍ਹਾਂ ਲੌਕੀ ਲਗਾਈ, ਮਿਰਚਾਂ ਲਗਾਈਆਂ, ਪਰ ਮਾਰਕੀਟਿੰਗ ਵਿੱਚ ਜਿਸ ਤਰ੍ਹਾਂ ਪ੍ਰੋਬਲਮ ਆਉਣ ਕਰਕੇ ਫਿਰ ਅਸੀਂ ਹੌਲੀ ਹੌਲੀ ਨੈਟ ਹਾਊਸ ਵੀ ਲਗਾਇਆ। ਬਟ ਜਿਹੜੀ ਸਕਸੈਸ ਸੀਗੀ ਉਹ ਇੰਨੀ ਜ਼ਿਆਦਾ ਨਹੀਂ ਸੀ ਮਿਲ ਰਹੀ। ਅਤੇ ਫਿਰ ਹੁਣ ਅਸੀਂ ਬਾਸਮਤੀ ਉੱਪਰ ਜ਼ਿਆਦਾ ਕੰਮ ਕੀਤਾ। ਬਾਸਮਤੀ ਵਧੀਆ ਤੋਂ ਵਧੀਆ ਵੈਰਾਈਟੀ ਲੈ ਕੇ ਫਿਰ ਨਵੀਂ ਟੈਕਨੋਲੋਜੀ, ਜਿਸ ਤਰ੍ਹਾਂ ਅਸੀਂ ਅੱਜ ਕੱਲ੍ਹ ਕਿ ਮਸ਼ੀਨ ਰਾਹੀਂ ਵੀ ਜਿੱਦਾਂ ਲੱਗ ਰਹੀ ਸੀ। ਜਿਸ ਸਾਲ ਕਰੋਨਾ ਹੋਇਆ ਅਤੇ ਲੇਬਰ ਨਹੀਂ ਸੀ ਮਿਲ ਰਹੀ, ਫਿਰ ਅਸੀਂ ਪੈਡੀ ਟਰਾਂਸਪਲਾਂਟਰ ਲਿਆ ਕੇ ਉਸ ਦੇ ਦੁਆਰਾ ਪੈਡੀ ਲਗਾਈ, ਜਿਸ ਵਿੱਚ ਕਿ ਬਹੁਤ ਅੱਛਾ ਝਾੜ ਮਿਲਿਆ। ਅਗਰ ਅਸੀਂ ਨਵੀਂ ਤੋਂ ਨਵੀਂ ਟੈਕਨੀਕ ਯੂਜ਼ ਕਰਦੇ ਹਾਂ ਤਾਂ ਉਹਦੇ ਨਾਲ ਸਾਨੂੰ ਲਾਭ ਹੀ ਪ੍ਰਾਪਤ ਹੁੰਦਾ ਹੈ। ਇਸ ਦੌਰਾਨ ਮਤਲਬ ਜਿਹੜੀ ਸ਼ੁਰੂਆਤ ਹੋਈ ਹੈ ਉਹ ਖੇਤੀਬਾੜੀ ਮਹਿਕਮੇ ਨਾਲ ਜੁੜ ਕੇ ਅਤੇ KVK ਨਾਲ ਜੁੜਨ ਤੋਂ ਬਾਅਦ ਸਾਨੂੰ ਜਿਹੜਾ ਵਾ ਇਸ ਵਿੱਚ ਹੋਰ ਜ਼ਿਆਦਾ ਵਧੀਆ ਕਾਰਗੁਜ਼ਾਰੀ ਕਰਨ ਦਾ ਮੌਕਾ ਮਿਲਿਆ। ਸਾਲ 2020 ਵਿੱਚ ਅੱਛੀ 1509 ਵੈਰਾਈਟੀ ਦੀ ਪੈਦਾਵਾਰ ਕਰਨ ਉੱਪਰ ਸਟੇਟ ਲੈਵਲ ਦਾ ਕ੍ਰਿਸ਼ੀ ਕਰਮਨ ਅਵਾਰਡ ਵੀ ਮਿਲਿਆ, ਜੋ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੁਆਰਾ ਸਾਨੂੰ ਦਿੱਤਾ ਗਿਆ। ਅਤੇ ਉਹ ਵੀ ਇੱਕ ਮੇਰੇ ਡਿਪਾਰਟਮੈਂਟ ਔਰ KVK ਵਾਲਿਆਂ ਨੇ ਜਦੋਂ ਸਾਨੂੰ ਰਿਕੋਗਨਾਈਜ਼ ਕੀਤਾ ਕਿ ਅਸੀਂ ਆਪਣੇ ਖੇਤਰ 'ਚ ਕੁਛ ਅੱਛਾ ਕਰ ਰਹੇ ਹਾਂ। ਅਤੇ ਇਹ ਹੈਗਾ ਕਿ ਤੁਸੀਂ ਕੁਛ ਵੀ ਕਰ ਰਹੇ ਹੋ ਤਾਂ ਸਰਕਾਰੀ ਜੋ ਵੀ ਤੁਹਾਡੇ ਆਸ-ਪਾਸ ਕੋਈ KVK ਹੈ ਜਾਂ ਕੋਈ ADO ਨੇ, ਉਹਨਾਂ ਨਾਲ ਜ਼ਰੂਰ ਸਾਨੂੰ ਮਿਲਣਾ ਚਾਹੀਦਾ, ਉਹਨਾਂ ਕੋਲੋਂ ਸਾਨੂੰ ਜ਼ਰੂਰ ਜਾਣਕਾਰੀ ਲੈਣੀ ਚਾਹੀਦੀ ਹੈ। ਜਿਸ ਤਰ੍ਹਾਂ ਮੈਂ ਆਪਣੀ ਜ਼ਮੀਨ ਵਿੱਚ ਪਾਣੀ ਵਾਸਤੇ ਵੀ ਮੈਂ ਪੋਰੇ ਪਾਏ, 16-16 ਇੰਚੀ ਦੇ ਪੋਰੇ ਪਵਾ ਕੇ ਜਿਹੜਾ ਵਾਟਰ ਸਪਲਾਈ ਡਿਪਾਰਟਮੈਂਟ ਹੈ ਉਸ ਕੋਲੋਂ ਵੀ ਸਬਸਿਡੀ ਪ੍ਰਾਪਤ ਕੀਤੀ। ਅਤੇ ਜਿਸ ਨਾਲ ਕਿ ਮੇਰੀ ਜ਼ਮੀਨ ਵਿੱਚ ਹੁਣ ਆਪਸ 'ਚ ਲਿੰਕ ਹੋਣ ਕਰਕੇ ਕਿ ਇੱਕ ਵਾਰੀ ਇੱਕ ਮੋਟਰ ਨੂੰ ਛੱਡ ਲਓ ਅਤੇ 2-3 ਘੰਟੇ 'ਚ ਕਿੱਲਾ ਭਰ ਜਾਂਦਾ। ਮਤਲਬ ਮੇਰੀ ਜਿਹੜੀ ਸ਼ੁਰੂਆਤ ਤੋਂ ਹੀ 2-3 ਚੀਜ਼ਾਂ ਵੱਲ ਬੜਾ ਧਿਆਨ ਸੀ। ਇੱਕ ਪਾਣੀ ਅਤੇ ਇੱਕ ਮਿੱਟੀ ਦਾ ਜਿਹੜਾ ਲੈਵਲ ਹੈ ਕਿ ਕਿੰਨਾ ਕੁ ਜਿਹੜਾ ਮਿੱਟੀ ਦੀ ਜਿਹੜੀ ਪਰਖ ਹੈ ਜਿਹਨੂੰ ਕਹਿ ਦਿੰਦੇ ਹਾਂ ਅਸੀਂ, ਉਹ ਵਧੀਆ ਤੋਂ ਵਧੀਆ ਹੋਣੀ ਚਾਹੀਦੀ ਹੈ। ਸੋ ਉਹਦੇ ਉੱਤੇ ਵੀ ਕਾਫੀ ਟਾਈਮ ਟੂ ਟਾਈਮ ਕੰਮ ਕੀਤਾ। ਜਿਸ ਤਰ੍ਹਾਂ ਦੂਸਰੇ ਜਗ੍ਹਾ ਦੀ ਲਿਆ ਕੇ ਮਿੱਟੀ ਵੀ ਪਾਈ, ਜਿਸ ਤਰ੍ਹਾਂ ਕਹਿੰਦੇ ਇੱਕ ਖੇਤ ਦੀ ਦੂਜੇ ਖੇਤ 'ਚ ਟਰਾਂਸਫਰ ਕਰ ਲਓ, ਜਾਂ ਰੂੜੀ ਵੀ ਪਾਈ ਬਹੁਤ 3-4 ਸਾਲ ਲਗਾਤਾਰ, ਟਿੰਜਣ ਬੀਜਿਆ। ਇਸ ਤਰ੍ਹਾਂ ਕਰਕੇ ਹਰ ਸਾਲ ਮਤਲਬ ਤੁਹਾਨੂੰ ਖੇਤ ਤਿਆਰ ਕਰਨਾ ਪੈਂਦਾ ਹੈ। ਔਰ ਜਿਹੜਾ ਪਾਣੀ ਹੈ ਉਹਦਾ ਵੀ ਇੱਕ ਨੰਬਰ ਹੋਣਾ ਚਾਹੀਦਾ, ਉਹਦਾ pH ਲੈਵਲ ਸਾਨੂੰ ਟਾਈਮ ਟੂ ਟਾਈਮ ਚੈੱਕ ਕਰਦੇ ਰਹਿਣਾ ਚਾਹੀਦਾ। ਇਹ ਸਭ ਚੀਜ਼ਾਂ ਜਿਹੜੀਆਂ ਵਾ ਖੇਤੀ ਦੇ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੀਆਂ ਨੇ। ਅਤੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੇਰਾ ਇਸ ਮਹਿਕਮੇ ਨਾਲ ਜੁੜਨ ਕਰਕੇ ਮੈਨੂੰ ਪਤਾ ਲੱਗਿਆ ਕਿ ਸਰਕਾਰ ਜਿਹੜੀ ਉਹ 18 ਮਹਿਕਮੇ ਇਹ ਚੱਲਦੇ ਪਏ ਇਸ ਸਮੇਂ। ਪਾਣੀ ਦਾ ਵਿਭਾਗ ਵੱਖਰਾ ਹੈ, ਫਿਰ ਤੁਸੀਂ ਹਾਰਟੀਕਲਚਰ ਦਾ ਵੱਖਰਾ ਹੈ, ਅਗਰ ਤੁਸੀਂ ਗੰਨੇ ਦੀ ਕਾਸ਼ਤ ਕਰਨੀ ਹੈ ਉਹਦੇ ਬਾਰੇ ਵੱਖਰੀ ਜਾਣਕਾਰੀ, ਮਤਲਬ ਹਰ ਤਰ੍ਹਾਂ ਦੀ ਤੁਸੀਂ ਅਗਰ ਜਾਣਕਾਰੀ ਲੈਣੀ ਆ, ਅਗਰ ਅਗਾਂਹ ਵਧਣਾ ਹੈ ਤਾਂ ਤੁਸੀਂ ਡਿਪਾਰਟਮੈਂਟਸ ਨਾਲ ਸੰਪਰਕ ਕਰ ਸਕਦੇ ਹੋ। ਪ੍ਰਮੁੱਖ ਤੌਰ 'ਤੇ ਜਿਹੜਾ ਮੈਂ ਦੇਖਿਆ ਹੈ, ਲੋਕੀ ਜਿਹੜੇ ਲੋੜ ਨਾਲੋਂ ਵੱਧ ਖਾਦਾਂ ਪਾਉਂਦੇ ਨੇ ਉਹ ਨਹੀਂ ਪਾਉਣੀਆਂ ਚਾਹੀਦੀਆਂ।
ਔਰ ਹੌਲੀ ਹੌਲੀ ਮੈਂ ਆਪਣੀ ਜਿਹੜੀ ਖੇਤੀ ਆ ਉਹ ਸਿਮਟ ਕੇ ਜਿਹੜੀਆਂ ਖਾਦਾਂ ਦਵਾਈਆਂ ਵਾ ਉਹਨੂੰ ਘੱਟ ਕਰਦਿਆਂ ਹੋਇਆਂ ਬਿਲਕੁਲ ਹੀ ਜਿਹੜਾ ਆਰਗੈਨਿਕ ਕਰਨਾ ਉਹਦੇ ਵਾਸਤੇ ਤੇ ਥੋੜਾ ਜਿਹਾ ਹਾਲੇ ਟਾਈਮ ਲੱਗੇਗਾ, ਕਿਉਂਕਿ ਆਰਗੈਨਿਕ ਬਣਾਉਣ ਲਈ ਆਪਣੇ ਖੇਤ ਨੂੰ ਤੁਹਾਨੂੰ ਉਹਨੂੰ ਟਾਈਮ ਦੇਣਾ ਪਏਗਾ ਖੇਤ ਨੂੰ, ਕਿਉਂਕਿ ਉਹਦੇ 'ਚ ਆਲਰੇਡੀ ਇੰਨੀ ਜ਼ਿਆਦੀਆਂ ਅਸੀਂ ਦਵਾਈਆਂ ਤੇ ਪਾ ਚੁੱਕੇ ਹਾਂ। ਹੁਣ ਜਿਹੜਾ ਮੇਰਾ ਅੱਗੇ ਫੋਕਸ ਹੈਗਾ ਉਹ ਆਪਣੀ ਜ਼ਮੀਨ ਉੱਪਰ ਆਰਗੈਨਿਕ ਖੇਤੀ ਕਰਨ ਦਾ ਹੈ ਕਿ ਆਪਣੀ ਖੇਤੀ ਵਿੱਚ ਜਿਹੜਾ ਵਾ ਉਹ ਅੱਗੇ ਹੋਰ ਇਹਦੇ ਉੱਤੇ ਕੰਮ ਕਰਨਾ ਹੈ। ਅੱਜ ਮੈਂ ਇੱਥੇ ਬੀਬੀ ਹਰਿੰਦਰ ਕੌਰ ਜਿਹੜੇ ਹੈਗੇ ਬੀਰਬਲਪੁਰੇ ਤੋਂ ਇਹਨਾਂ ਦੇ ਫਾਰਮ ਤੇ ਵਿਜ਼ਿਟ ਕਰਨ ਆਈ ਹਾਂ ਔਰ ਮੈਂ ਦੇਖ ਰਹੀ ਹਾਂ ਕਿ ਇਹਨਾਂ ਦਾ ਜਿਹੜਾ ਫਾਰਮ ਹੈ ਇਸ ਟਾਈਮ ਬਹੁਤ ਸੋਹਣੀ ਇਹਨਾਂ ਦੀ ਜਿਹੜੀ ਝੋਨਾ ਤੇ ਬਾਸਮਤੀ ਦੀ ਫਸਲ ਹੈ ਖੜੀ ਹੈਗੀ ਹੈ। ਇਹਨਾਂ ਨੇ ਝੋਨੇ ਦੇ ਵਿੱਚ ਵੀ PAU ਦੀ ਸਾਰੀ ਵੈਰਾਈਟੀਜ਼ ਲਗਾਈਆਂ ਹੋਈਆਂ, PR 130, PR 131 ਨਾਲ ਬਾਸਮਤੀ 1509 ਇਹਨਾਂ ਦੀ ਬਹੁਤ ਸੋਹਣੀ ਖੜੀ ਹੈ। ਮੈਂ ਦੱਸਣਾ ਚਾਹਾਂਗੀ ਕਿ ਹਰਿੰਦਰ ਕੌਰ ਜੀ KVK ਅੰਮ੍ਰਿਤਸਰ ਦੇ ਨਾਲ ਪਿਛਲੇ 10 ਸਾਲਾਂ ਤੋਂ ਜੁੜੇ ਹੋਏ ਨੇ ਔਰ ਇਹਨਾਂ ਨੇ ਸਾਡੇ ਕੋਲੋਂ ਤਕਰੀਬਨ ਸਾਰੀਆਂ ਹੀ ਟ੍ਰੇਨਿੰਗਸ, ਭਾਵੇਂ ਉਹ ਪ੍ਰੋਸੈਸਿੰਗ ਦੀਆਂ ਹੋਣ, ਭਾਵੇਂ ਉਹ ਖੇਤੀ ਨਾਲ ਰਿਲੇਟਡ ਹੋਣ, ਸਾਰੀਆਂ ਟ੍ਰੇਨਿੰਗ ਸਾਡੇ ਤੋਂ ਲਈਆਂ ਹੈਗੀਆਂ ਔਰ ਪੂਰੀ KVK ਦੀ ਸਲਾਹ ਦੇ ਨਾਲ ਇਹ ਵਾਹੀ ਕਰ ਰਹੇ ਹਨ। ਔਰ ਇਹ ਸਾਡੀ ਅਵਾਰਡੀ ਫਾਰਮਰ ਹੈਗੇ ਆ ਪੰਜਾਬ ਸਟੇਟ ਤੇ ਨੈਸ਼ਨਲ ਲੈਵਲ ਤੇ ਔਰ ਕ੍ਰਿਸ਼ੀ ਕਰਮਨ ਅਵਾਰਡ ਇਹਨਾਂ ਨੂੰ ਮਿਲਿਆ ਸੀਗਾ 2020 ਦੇ ਵਿੱਚ। ਔਰ ਇਹ ਸਾਡੀ ਜਿਵੇਂ ਕਹਿ ਲਓ ਕਿ ਔਰਤਾਂ ਦੇ ਵਾਸਤੇ ਇੱਕ ਚਾਨਣ ਮੁਨਾਰਾ ਨੇ ਜੋ ਇਸ ਸਾਡੇ ਡਿਸਟ੍ਰਿਕਟ ਦੇ ਵਿੱਚ ਬੜੇ ਅਗਾਂਹ ਵੱਧ ਕੇ ਤੇ ਵਾਈ ਨੂੰ ਅੱਗੇ ਲੈ ਕੇ ਜਾ ਰਹੇ ਆ। ਮੈਂ ਦੱਸਣਾ ਚਾਹਾਂਗੀ ਕਿ 33 ਕਿੱਲਿਆਂ ਦੀ ਵਾਈ ਜਿਹੜੀ ਹੈਗੀ ਹੈ ਹਰਿੰਦਰ ਕੌਰ ਜੀ ਇਕੱਲੇ ਕਰਦੇ ਹਨ ਔਰ ਉਹਦੇ ਵਿੱਚ ਸਾਰੀਆਂ ਵੈਰਾਈਟੀਆਂ ਇਹਨਾਂ ਨੇ ਲਾਈਆਂ ਹੋਈਆਂ ਨੇ। ਇਹਨਾਂ ਨੇ ਪੋਲੀ ਹਾਊਸ ਵੀ ਚਲਾ ਕੇ ਦੇਖਿਆ ਨੇ, ਇਹਨਾਂ ਨੇ ਵਿੱਚ ਬਾਗ ਵੀ ਥੋੜਾ ਜਿਹਾ ਟਰਾਈ ਕੀਤਾ ਸੀਗਾ ਔਰ ਹੁਣ ਇਹਨਾਂ ਨੇ ਸਾਰੀ ਮਾਡਰਨ ਮਸ਼ੀਨਰੀ ਤੇ ਈਵਨ ਜਿਹੜਾ ਪੰਪ ਹੈਗਾ, ਜਿਹੜਾ ਵੱਡੀ ਮਸ਼ੀਨ ਹੈਗੀ ਹੈ ਸਪਰੇਅ ਕਰਨ ਵਾਸਤੇ, ਉਹ ਵੀ ਤਿਆਰ ਕਰ ਲਈ ਹੈ ਔਰ ਜਿਹਦੇ ਵਿੱਚ 800 ਲੀਟਰ ਦੀ ਕਪੈਸਿਟੀ ਦੇ ਨਾਲ ਹੈ ਨਦੀਨ ਨਾਸ਼ਕ ਹੈ, ਉੱਲੀ ਨਾਸ਼ਕ ਹੈ ਔਰ ਬਾਕੀ ਜਿਹੜੇ ਸਪਰੇਜ਼ ਹੈ ਉਹ ਬੜੇ ਸੋਹਣੀ ਤਰ੍ਹਾਂ ਨਾਲ ਪਾਣੀ ਪੂਰਾ ਵਰਤ ਕੇ, ਦਵਾਈ ਪੂਰੀ ਡੋਜ਼ ਨਾਲ ਵਰਤ ਕੇ ਯੂਨੀਵਰਸਿਟੀ ਤੇ KVK ਦੀ ਸਿਫਾਰਿਸ਼ਾਂ ਤੇ ਚੱਲਦੇ ਹੋਏ ਸਾਰਾ ਆਪਣਾ ਕੰਮ ਕਰ ਰਹੇ ਹੈ। ਤੇ ਜੇ ਇੱਥੇ ਇਹਨਾਂ ਦੇ ਫਾਰਮ ਤੇ ਆ ਕੇ ਦੇਖਿਆ ਜਾਵੇ ਤੇ ਇਹਨਾਂ ਦਾ ਫਾਰਮ ਤੁਸੀਂ ਦੇਖੋ ਕਿ ਇਸ ਟਾਈਮ ਨਾ ਕੋਈ ਬਿਮਾਰੀ ਨਜ਼ਰ ਆ ਰਹੀ ਹੈ, ਨਾ ਕੋਈ ਕੀੜਾ ਨਜ਼ਰ ਆ ਰਿਹਾ, ਨਾ ਹੀ ਕਿਸੇ ਚੀਜ਼ ਦੀ ਕੋਈ ਘਾਟ ਹੈਗੀ ਹੈ ਔਰ ਇਹ ਕਹਿ ਰਹੇ ਕਿ ਮੈਂ ਪੂਰੀਆਂ ਸੰਤੁਲਿਤ ਖਾਦਾਂ ਪਾਈਆਂ ਨੇ ਔਰ ਹਜੇ ਤੱਕ ਕੋਈ ਨਦੀਨ ਨਾਸ਼ਕ ਤੇ ਕੋਈ ਕੀੜੇ ਮਾਰ ਦਵਾਈ, ਕੋਈ ਉੱਲੀ ਮਾਰ ਦਵਾਈ ਇਹਨਾਂ ਨੇ ਇੱਥੇ ਬਿਲਕੁਲ ਵੀ ਸਪਰੇਅ ਨਹੀਂ ਕੀਤੀ ਹੈਗੀ ਔਰ ਸਿਫਾਰਿਸ਼ਾਂ ਮੁਤਾਬਿਕ ਚੱਲ ਕੇ। ਪਲੱਸ ਇਹ ਜਿਹੜਾ ਆਪਣਾ ਖੇਤ ਦਾ ਸਰਵੇ ਆਪ ਕਰਦੇ ਨੇ ਕਿ ਇਹਨਾਂ ਨੇ 4 ਚੁਫੇਰੇ ਫਿਰਨਾ, ਫਿਰ ਸਾਰੇ ਜਿਹੜੇ ਅਲੱਗ-ਅਲੱਗ ਬਲਾਕਸ ਹੈ ਖੇਤਾਂ ਦੇ ਉਹਨਾਂ 'ਚ ਫਿਰ ਕੇ ਦੇਖਣਾ ਕਿ ਜੇ ਵਾਕਈ ਕੀੜਾ ਤੇ ਬਿਮਾਰੀ ਆਇਆ ਫਿਰ ਇਹਨਾਂ ਨੇ ਸਪਰੇਅ ਕਰਨਾ, ਨਹੀਂ ਤਾਂ ਨਹੀਂ ਕਰਨਾ। ਤੇ ਇਹਨਾਂ ਦੀ ਦੇਖ ਲਓ ਅੱਜ ਸਤੰਬਰ ਮਹੀਨਾ ਆਉਣ ਵਾਲਾ, ਅਗਸਤ ਖਤਮ ਹੋਣ ਵਾਲਾ ਹੈ ਤੇ ਕਾਫੀ ਫਾਰਮਰਸ ਜਿਹੜੇ ਦੇਖਾ ਦੇਖੀ ਇੱਕ ਦੂਜੇ ਨਾਲ ਸਪਰੇਅ ਕਰਦੇ ਹੈਗੇ ਆ, ਉਹਨਾਂ ਨੇ ਕਾਫੀ ਦਵਾਈਆਂ ਪਾਤੀਆਂ, ਇਹਨਾਂ ਨੇ ਹਜੇ ਤੱਕ ਕੁਝ ਨਹੀਂ ਪਾਇਆ। ਇਹ ਸਭ ਦੇਖ ਕੇ ਮੈਨੂੰ ਅੱਜ ਬੜੀ ਖੁਸ਼ੀ ਹੋਈ ਕਿ ਜਿਹੜਾ ਕਿਸਾਨ ਭਰਾ ਜਾਂ ਕਿਸਾਨ ਭੈਣ ਸਾਡੇ ਯੂਨੀਵਰਸਿਟੀ ਜਾਂ PAU ਜਾਂ KVK ਦੀ ਸਿਫਾਰਿਸ਼ਾਂ ਅਨੁਸਾਰ ਚੱਲ ਰਿਹਾ ਔਰ ਉਹ ਸਾਡੇ ਤੇ ਭਰੋਸਾ ਰੱਖ ਰਿਹਾ ਤੇ ਉਹ ਆਪਣੀ ਵਾਈ 'ਚ ਖਰਚਾ ਕਿੰਨਾ ਜ਼ਿਆਦਾ ਦਵਾਈਆਂ ਤੇ ਘਟਾ ਰਿਹਾ ਔਰ ਜਿਹੜਾ ਇਹ ਜ਼ਹਿਰ ਬਿਨਾਂ ਮਤਲਬ ਤੋਂ ਅਸੀਂ ਖੇਤਾਂ ਦੇ ਵਿੱਚ ਪਾ ਕੇ, ਖਾਸ ਕਰਕੇ ਜਿਹੜੀ ਬਾਸਮਤੀ ਦੇ ਵਿੱਚ ਇੰਨਾ ਜ਼ਹਿਰ ਪੈ ਰਿਹਾ ਉਹਨੂੰ ਘਟਾ ਰਿਹਾ ਹੈਗਾ। ਸੋ ਮੈਂ ਅੱਜ ਇਹਨਾਂ ਦੇ ਫਾਰਮ ਤੇ ਆਈ ਹਾਂ ਤੇ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹਾਂਗੀ ਕਿ 33 ਕਿੱਲਿਆਂ ਦੀ ਵਾਈ ਆਪਣੀ ਸਾਇੰਟੀਫਿਕ ਲੀਹਾਂ ਦੇ ਉੱਪਰ ਕਰਕੇ ਇਹ ਕਿੰਨਾ ਜ਼ਿਆਦਾ ਮੁਨਾਫਾ ਲੈ ਰਹੇ ਨੇ। ਇਹਨਾਂ ਦੇ ਪਿਛਲੇ ਸਾਲ ਵੀ ਕਣਕ ਦਾ ਝਾੜ ਵੀ ਬਹੁਤ ਸੋਹਣਾ ਕੱਢਿਆ ਸੀਗਾ ਤੇ ਇਹਨਾਂ ਨੇ ਸਾਰੀ ਜਿਹੜੀ ਹੈਪੀ ਸੀਡਰ ਟੈਕਨੋਲੋਜੀ ਹੈ, ਜ਼ੀਰੋ ਡਰਿਲ, ਫਿਰ DSR ਟੈਕਨੋਲੋਜੀ ਹੈ, ਸਾਰੀਆਂ ਅਪਣਾ ਕੇ ਦੇਖਿਆ ਨੇ, ਸਾਰੀਆਂ ਇਹਨਾਂ ਨੇ ਕਾਮਯਾਬ ਕੀਤੀਆਂ ਨੇ ਆਪਣੇ ਫਾਰਮ ਤੇ ਆਪਣੀ ਮਿਹਨਤ ਦੇ ਸਦਕਾ ਔਰ KVK ਦੇ ਨਾਲ ਜੁੜੇ ਹੋਏ ਨੇ ਔਰ ਸਾਰੀਆਂ ਟ੍ਰੇਨਿੰਗ ਸਾਡੀਆਂ ਲੈ ਰਹੇ ਨੇ ਔਰ ਫਾਰਮ ਦੇ ਉੱਪਰ ਜਿਹੜੀ ਰੈਜ਼ੀਡਿਊ ਫ੍ਰੀ ਬਾਸਮਤੀ ਜਿਹਨੂੰ ਆਪਾਂ ਕਹਿੰਦੇ ਆ ਕਿ ਬਿਲਕੁਲ ਜਿਹੜੇ ਸਾਡੇ ਬੈਂਡ ਪੈਸਟੀਸਾਈਡ 10 ਹੈਗੇ ਆ ਉਹ ਬਿਲਕੁਲ ਇਸਤੇਮਾਲ ਨਹੀਂ ਕਰਦੇ ਔਰ ਜੇ ਇਸਤੇਮਾਲ ਕਰਦੇ ਵੀ ਹੈ ਤੇ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਦੇਖਣ ਤੋਂ ਬਾਅਦ ਔਰ ਉਸ ਤੋਂ ਬਾਅਦ ਵੀ ਇਨਸੈਕਟ ਪੋਪੂਲੇਸ਼ਨ ਜੇ ਇਹਨਾਂ ਨੂੰ ਦਿਖਦੀ ਹੈ ਕਿ ਹਾਂ ਵਾਕਈ ਇਹਨਾਂ ਇਨਸੈਕਟ ਪੈਸਟ ਦਾ ਅਟੈਕ ਹੈਗਾ ਤੇ ਉਹਦੇ ਵਾਸਤੇ ਇਹਨਾਂ ਨੇ ਉਸ ਤੋਂ ਬਾਅਦ ਹੀ ਦਵਾਈ ਸਪਰੇਅ ਕਰਨੀ ਹੈ। ਅਸੀਂ ਇਹਨਾਂ ਦੇ ਨੇਬਰ ਫਾਰਮਰਸ ਦੇਖੀਏ, ਉਹਨਾਂ ਸਾਰਿਆਂ ਨੇ ਪੱਤਾ ਲਪੇਟ ਵਾਸਤੇ ਤੇ ਗੋਭ ਦੀ ਸੁੰਡੀ ਵਾਸਤੇ ਸਪਰੇਅ ਕਰਤੇ ਹੋਏ ਹੈ, ਲੇਕਿਨ ਇਹਨਾਂ ਨੇ ਹਜੇ ਤੱਕ ਦੇਖ ਲਿਆ ਕਿ ਇਹਨਾਂ ਦੇ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਨਹੀਂ ਹੈਗਾ ਤੇ ਇਹ ਗੁਰੇਜ਼ ਕਰਨਗੇ ਕਿ ਅਸੀਂ ਇਹ ਸਾਰੇ ਪੈਸਟੀਸਾਈਡ ਜਿਹੜੇ ਹੈਗੇ ਆ ਆਪਣੇ ਫਾਰਮ ਤੇ ਨਾ ਵਰਤੀਏ। ਸੋ ਇਹਨਾਂ ਦੇ ਫਾਰਮ ਤੇ ਅੱਜ ਮੈਂ ਆਈ ਹਾਂ, ਇਹਨਾਂ ਨੂੰ ਮੈਂ ਵਧਾਈ ਵੀ ਦੇਵਾਂਗੀ ਔਰ ਮੈਨੂੰ ਬਹੁਤ ਖੁਸ਼ੀ ਵੀ ਹੋ ਰਹੀ ਹੈ ਕਿ ਜਦੋਂ ਕੋਈ ਕਿਸਾਨ ਵੀਰ ਜਾਂ ਕਿਸਾਨ ਭੈਣ ਸਾਡੇ ਯੂਨੀਵਰਸਿਟੀ ਦੀ ਰਿਕਮੈਂਡੇਸ਼ਨਸ ਨੂੰ ਦਿਲੋਂ ਮੰਨ ਕੇ ਤੇ ਉਹਨਾਂ ਤੇ ਚੱਲਦਾ ਤੇ ਉਹਦੇ ਖਰਚੇ ਵੀ ਘਟਦੇ ਆ ਤੇ ਉਹਦਾ ਮੁਨਾਫਾ ਵੀ ਬਹੁਤ ਜ਼ਿਆਦਾ ਵੱਧ ਜਾਂਦਾ ਹੈਗਾ। ਮੈਂ ਤਕਰੀਬਨ 33 ਏਕੜ ਉੱਪਰ ਖੇਤੀ ਕਰਦੀ ਹਾਂ, ਜਿਸ ਦਾ ਹੁਣ ਮੈਂ ਮੇਨ ਆਪਣਾ ਫੋਕਸ ਜਿਹੜਾ ਉਹ ਬਾਸਮਤੀ ਔਰ ਕਣਕ ਤੇ ਰੱਖਿਆ ਹੈ। ਬਟ ਹੁਣ ਮੇਨਲੀ ਜਿਹੜਾ ਸਟਾਰਟਿੰਗ ਵਿੱਚ ਜਿਹੜੀਆਂ ਪ੍ਰੋਬਲਮਸ ਆਈਆਂ ਉਹ ਮੈਂ ਦੱਸ ਹੀ ਚੁੱਕੀ ਕਿ ਜ਼ਮੀਨ ਦੀ ਗੁਣਵੰਤਾ ਨੂੰ ਲੈ ਕੇ ਤੇ ਪਾਣੀ ਦੀ ਗੁਣਵੰਤਾ ਨੂੰ ਲੈ ਕੇ ਸੀਗੀਆਂ। ਉਹ ਮੈਂ ਆਪਣੀਆਂ ਰਿਸਰਚ ਕਰਕੇ ਪਤਾ ਕੀਤਾ
ਖੇਤੀਬਾੜੀ ਡਿਪਾਰਟਮੈਂਟ ਕੋਲ, ਜਿੱਦਾਂ ਉਹਨਾਂ ਨੇ ਪਰਖ ਕਰਕੇ ਸਾਨੂੰ ਦੱਸਿਆ ਕਿ ਤੁਹਾਡਾ ਪਾਣੀ ਨਹੀਂ ਠੀਕ ਹੈਗਾ। ਫਿਰ ਮਿੱਟੀ 'ਚ ਵੀ ਜਿਹੜੇ ਤੱਤ ਨਹੀਂ ਸੀ ਉਹਨਾਂ ਨੂੰ ਵੀ ਅਸੀਂ ਕਰਨ ਦੀ ਕੋਸ਼ਿਸ਼ ਕੀਤੀ। ਥੋੜ੍ਹੀ ਪੈਲੀ ਜਿਹੜੀ ਸੀ ਉਹ ਕਲਰ ਤੋਂ ਬਣਾਈ ਗਈ ਸੀ ਅਤੇ ਇਸ ਕਰਕੇ ਉਹਦੇ ਵਿੱਚ ਵੀ ਪ੍ਰੋਬਲਮਸ ਆਉਣ ਡਈਆਂ ਸੀ, ਪਾਣੀ ਜਲਦੀ ਜੀਰਦਾ ਨਹੀਂ ਸੀ। ਫਿਰ ਅਸੀਂ ਡੂੰਘੀ ਹੱਲ ਚਲਾ ਕੇ ਉਹਨੂੰ ਉਸ ਲੈਵਲ ਦਾ ਬਣਾਇਆ। ਸੋ ਕਹਿਣ ਦਾ ਮਤਲਬ ਹੈ ਕਿ ਖੇਤੀਬਾੜੀ 'ਚ ਤਾਂ ਹਰ ਰੋਜ਼ ਹੀ ਦਿੱਕਤ ਹੈਗੀਆਂ, ਨਵੇਂ ਤੋਂ ਨਵਾਂ ਰਹਿੰਦਾ ਹੀ ਆ। ਕਿ ਜਿਸ ਤਰ੍ਹਾਂ ਕਦੀ ਮੋਟਰ ਸੜ ਗਈ, ਇਹ ਤਾਂ ਆਮ ਜਿਹੀਆਂ ਗੱਲਾਂ ਨੇ। ਕਦੀ ਸਟਾਰਟਰ ਸੜ ਗਿਆ, ਕਦੀ ਚੋਰੀ ਹੋ ਗਿਆ ਟਰਾਂਸਫਾਰਮਰ, ਇਹ ਚੀਜ਼ਾਂ ਤਾਂ ਬਹੁਤ ਮਾਮੂਲੀ ਨੇ। ਪਰ ਉਹਦੇ ਨਾਲ ਇਹੋ ਹੀ ਹੈ ਕਿ ਜਿਹੜੀ ਮੇਨਲੀ ਜਿਹੜੀ ਪ੍ਰੋਬਲਮ ਹੈਗੀ ਹੈ ਉਹ ਸਾਨੂੰ ਮਾਰਕੀਟਿੰਗ ਵਿੱਚ ਹੀ ਹੈ ਕਿ ਅਸੀਂ ਆਪਣੀ ਪੂਰੀ ਤਾਕਤ ਲਗਾ ਕੇ ਪੈਦਾਵਾਰ ਤਾਂ ਕਰ ਲੈਂਦੇ ਹਾਂ, ਪਰ ਸਾਨੂੰ ਉਸ ਤਰੀਕੇ ਦਾ ਰੇਟ ਨਹੀਂ ਮਿਲਦਾ, ਜਿਹਦੇ ਨਾਲ ਅਸੀਂ ਹਰ ਵਾਰ ਉਸ ਨੂੰ ਅੱਗੇ ਪਾ ਦਿੰਦੇ ਕਿ ਚਲੋ ਅਗਲੀ ਵਾਰ ਅਸੀਂ ਉਹਨੂੰ ਸ਼ਾਇਦ ਅੱਛਾ ਰੇਟ ਮਿਲ ਜਾਏਗਾ। ਮੇਨਲੀ ਮਾਰਕੀਟਿੰਗ ਵਿੱਚ ਹੀ ਸਾਨੂੰ ਪ੍ਰੋਬਲਮ ਆਈ ਹੈ। ਅਤੇ ਬਾਕੀ ਅਸੀਂ ਤਾਂ ਇਹੋ ਹੀ ਕਹਾਂਗੇ ਕਿ ਕਿਸਾਨ ਹੈਗਾ ਆ ਉਹ ਬਹੁਤ ਜ਼ਿਆਦਾ, ਤੁਸੀਂ ਕੁਛ ਵੀ ਕਹੋ ਅਸੀਂ ਕਰਨ ਲਈ ਤਿਆਰ ਹਾਂ, ਬਟ ਸਾਨੂੰ ਥੋੜ੍ਹੀਆਂ ਹੋਰ ਇਹਦੇ ਉੱਪਰ ਸਾਡੀ ਜਿਹੜੀ ਖੇਤੀ ਨੀਤੀ ਕਹਿ ਆਈ ਹੈ ਜਾਂ ਕਿੱਦਾਂ, ਉਹਦੇ ਉੱਪਰ ਮਤਲਬ ਲੋੜ ਹੈ ਸਰਕਾਰਾਂ ਨੂੰ ਵੀ ਕੰਮ ਕਰਨ ਦੀ। ਮੇਨਲੀ ਸਾਨੂੰ ਮਾਰਕੀਟਿੰਗ ਵਿੱਚ ਹੀ ਪ੍ਰੋਬਲਮ ਆਉਂਦੀ ਹੈ। ਬਾਕੀ ਜਿਹੜਾ ਹੁਣ ਐਟ ਪ੍ਰੈਜ਼ੈਂਟ ਮਤਲਬ ਅਸੀਂ 1509 ਔਰ 7 ਨੰਬਰ ਬਾਸਮਤੀ ਹੈ ਸਾਡੀ ਯੂਨੀਵਰਸਿਟੀ ਦੀ। ਫਿਰ ਝੋਨਾ 131 ਉਹ ਵੀ ਅੱਛਾ ਦੇ ਜਾਂਦਾ। ਉਹ ਸਭ ਵੈਰਾਈਟੀਆਂ ਲਗਾਈਆਂ ਹੋਈਆਂ ਵਾ। ਪਾਣੀ ਦੀ ਸਥਿਤੀ ਬਾਰੇ ਤਾਂ ਅਸੀਂ ਇਹੋ ਹੀ ਚਾਹੁੰਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਨਹਿਰਾਂ ਦਾ ਹੀ ਪਾਣੀ ਮਿਲੇ, ਕਿਉਂਕਿ ਜਿਹੜਾ ਪਾਣੀ ਹੈ ਉਹ ਬਹੁਤ ਜ਼ਿਆਦਾ, ਉਹਦਾ ਜਿਹੜਾ ਲੈਵਲ ਹੈ ਉਹ ਵੀ ਥੱਲੇ ਜਾ ਰਿਹਾ, ਔਰ ਪਲੱਸ ਉਹਦੀ ਜਿਹੜੀ ਗੁਣਵੱਤਾ ਹੈ ਉਹ ਇੰਨੀ ਅੱਛੀ ਨਹੀਂ ਆ। ਜਿਹੜਾ ਅਸੀਂ 300 ਫੁੱਟ ਤੱਕ ਵੀ ਲੈ ਕੇ ਚੱਲੀਏ ਤਾਂ ਪਾਣੀ ਇੰਨਾ ਵਧੀਆ ਨਹੀਂ ਹੈਗਾ। ਔਰ ਜੇ ਸਾਨੂੰ ਨਹਿਰਾਂ ਦਾ ਪਾਣੀ ਮਿਲੂਗਾ ਜਿਹੜਾ ਕਿ ਸਿੱਧਾ ਪਹਾੜਾਂ ਤੋਂ ਆਉਂਦਾ ਹੋਊਗਾ, ਉਹਦੇ ਨਾਲ ਭਾਲ ਆਊਗੀ। ਅਤੇ ਜਿੱਦਾਂ ਸਾਡੀ ਜ਼ਮੀਨ ਕਰਲਾਟ ਹੈ, ਕਲਰ ਵਾਲੀ ਸੀ, ਅਤੇ ਉਹਨੂੰ ਭਾਲ ਮਿਲੂਗੀ, ਉਹਦੇ ਨਾਲ ਖੇਤੀ ਬਹੁਤ ਉਪਜਾਊ ਹੋ ਜਾਂਦੀ ਹੈ। ਬੀਬਾ ਹਰਿੰਦਰ ਕੌਰ ਨੇ ਆਪਣੀ ਪੜ੍ਹਾਈ BSc ਤੋਂ ਬਾਅਦ MSc ਵੀ ਕੀਤੀ। ਇਸੇ ਲਈ ਉਹ ਖੇਤੀ ਦਾ ਸਾਰਾ ਕੰਮ ਆਪ ਹੀ ਦੇਖਦੇ ਹਨ। ਵਾਤਾਵਰਣ ਦੀ ਸੰਭਾਲ ਲਈ ਉਹਨਾਂ ਝੋਨੇ ਦੀ ਪਰਾਲੀ ਨੂੰ ਖੇਤ ਦੇ ਵਿੱਚ ਵਾਹੁਣਾ ਸ਼ੁਰੂ ਕੀਤਾ ਅਤੇ ਇਸੇ ਕਰਕੇ ਪਰਾਲੀ ਦੇ ਪ੍ਰਬੰਧਨ ਵਿੱਚ ਉਹਨਾਂ ਨੂੰ ਭਾਰਤ ਸਰਕਾਰ ਨੇ ਕ੍ਰਿਸ਼ੀ ਕਰਮਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ। ਜਦੋਂ ਅਸੀਂ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਸਟਾਰਟਿੰਗ ਵਿੱਚ ਬਿਮਾਰੀਆਂ ਸੀਗੀਆਂ, ਉਹ ਜਿਵੇਂ ਕਿ ਜੜ ਨੂੰ ਰੋਗ ਆ ਗਿਆ ਜਾਂ ਪੱਤਾ ਲਪੇਟ। ਹੁਣ ਪਿਛਲੇ 3-4 ਸਾਲ ਤੋਂ ਤੇ ਕੋਈ, ਕਿਉਂਕਿ ਉਹਨਾਂ ਨੇ ਨਵੀਂ ਤੋਂ ਨਵੀਂ ਵੈਰਾਈਟੀ ਸਾਨੂੰ ਦਿੱਤੀ ਜਿਹਦੇ ਵਿੱਚ ਕਿ ਉਹ ਰੋਗ, ਉਹਦੇ ਵਿੱਚ ਰੋਗ ਨੂੰ ਮਤਲਬ ਰੋਕਣ ਦੀ ਸ਼ਮਤਾ ਸੀਗੀ ਉਹਨਾਂ ਵੈਰਾਈਟੀਆਂ ਵਿੱਚ। ਪਰ ਲੋਕੀ ਹਾਲੇ ਵੀ ਲਕੀਰ ਦੇ ਫਕੀਰ ਨੇ। ਉਹ ਮੈਨੂੰ ਨਹੀਂ ਸਮਝ ਆਉਂਦੀ ਵੀ ਭਾਵੇਂ ਹਾਲੇ ਹੋਵੇ ਉਹਦੇ 'ਚ ਬਿਮਾਰੀ, ਪਰ ਨਹੀਂ, ਉਹਨਾਂ ਨੇ ਸੈੱਟ ਕੀਤਾ ਹੋਇਆ। ਕੁਛ ਦੁਕਾਨਦਾਰਾਂ ਦਾ ਵੀ ਕਸੂਰ ਹੈ, ਕੁਛ ਲੋਕਾਂ ਦਾ ਵੀ ਹੈ ਕਿ ਉਹਨਾਂ ਨੇ ਦਵਾਈ ਹੀ ਪਾਉਣੀ। ਉਹਨਾਂ ਨੂੰ ਉਦੋਂ ਤੱਕ ਇੰਝ ਲੱਗਦਾ ਕਿ ਸ਼ਾਇਦ ਸਾਡੀ ਪਤਾ ਨਹੀਂ ਫਸਲ ਠੀਕ ਨਿਕਲੇਗੀ ਕਿ ਨਿਕਲੇਗੀ। ਗਵਰਨਮੈਂਟ ਜਾਂ ਸਾਡੇ ਜਿਹੜੇ ਡਿਪਾਰਟਮੈਂਟ ਨੇ, KVK ਨੇ, ਰਿਸਰਚ ਸੈਂਟਰ ਨੇ, ਉਹ ਬਹੁਤ ਜ਼ਿਆਦਾ ਇਸ ਉੱਪਰ ਕੰਮ ਕਰਦੇ। ਜਿਹੜੀ ਬਿਮਾਰੀ ਇੱਕ ਸਾਲ ਆਉਂਦੀ ਹੈ ਉਹ ਅਗਲੇ ਸਾਲ ਨਾ ਆਏ, ਉਹਦੇ ਲਈ ਉਹ ਅੱਛੀ ਵੈਰਾਈਟੀ ਪੈਦਾ ਕਰਦੇ ਨੇ। ਇਸ ਕਰਕੇ ਮੈਂ ਤਾਂ ਇਸ ਚੀਜ਼ ਨੂੰ ਸਮਝਦੀ ਹਾਂ ਅਤੇ ਮੈਂ ਤਾਂ ਦੇਖ ਕੇ ਹੀ ਆ, ਜੇ ਹੋਵੇ 4 ਸਫੇਰੇ ਖੇਤ ਦੇ ਘੁੰਮ ਕੇ ਵੀ ਉਹ ਤੋਂ ਵਿੱਚ ਵੜ ਕੇ ਦੇਖਿਆ ਜਾਵੇ, ਜੇ ਵਿੱਚ ਤੱਕ ਬਿਮਾਰੀ ਦਿਸ ਰਹੀ ਹੈ ਫਿਰ ਹੀ ਸਾਨੂੰ ਸਪਰੇਆਂ ਕਰਨੀ ਚਾਹੀਦੀਆਂ। ਪਰ ਲੋਕੀ ਵੇਖਾ ਵੇਖੀ ਵਾਲੀ ਗੱਲ ਉਹ ਬਣਿਆ ਹੋਇਆ ਉਹਨਾਂ ਦਾ ਕਿ ਜਿੱਦਾਂ ਕਿ ਬਾਸਮਤੀ ਹੈ ਅਤੇ ਸਪਰੇਅ ਕਰਨ ਤੋਂ ਬਗੈਰ ਹੋਣੀ ਨਹੀਂ। ਉਹਨਾਂ ਨੇ ਇੱਕ ਧਾਰਨਾ ਹੀ ਧਾਰ ਲਈ ਹੋਈ ਹੈ, ਉਹ ਗਲਤ ਹੈਗੀ ਹੈ। ਜਿਸ ਤਰ੍ਹਾਂ ਕਿ ਅਸੀਂ ਝੋਨਾ ਲਾਉਂਦੇ ਹਾਂ ਅਤੇ ਉਸ ਤੋਂ ਬਾਅਦ ਸਾਡੇ ਖੇਤਾਂ ਵਿੱਚ ਕਾਫੀ ਜ਼ਿਆਦਾ ਪਰਾਲ ਹੋ ਜਾਂਦਾ ਅਤੇ ਅਸੀਂ ਅਤੇ ਕਦੀ ਅੱਗ ਨਹੀਂ ਲਗਾਉਂਦੇ, ਕਿਉਂਕਿ ਮੈਂ ਤਾਂ 1 ਸਾਲ ਆਪਣੇ ਖੇਤ ਵਿੱਚ ਉਹਨੂੰ ਬਕਾਇਦਾ ਕੱਦੂ ਕਰਕੇ ਉਹਨੂੰ ਪਰਾਲੀ ਨੂੰ ਨੱਪਿਆ ਸੀ, ਜਿਹਦੇ ਬਾਅਦ ਮੈਨੂੰ ਬਹੁਤ ਹੀ ਅੱਛਾ ਰਿਜ਼ਲਟ ਮਿਲਿਆ ਸੀ। ਮੇਰੀ ਉਹ ਜ਼ਮੀਨ ਜਿਹੜੀ ਅੱਜ ਤੱਕ ਦੂਸਰੀ ਜ਼ਮੀਨ ਨਾਲ ਨਹੀਂ ਰਲਦੀ, ਉਸ ਤੋਂ ਬਾਅਦ ਮੈਨੂੰ ਮੌਕਾ ਨਹੀਂ ਮਿਲ ਰਿਹਾ। ਮੈਂ ਫਿਰ ਉਸੇ ਤਰ੍ਹਾਂ ਹੀ ਕਰਨਾ ਚਾਹਾਂਗੀ ਕਿ ਕੱਦੂ ਕਰਕੇ ਵਿੱਚ ਜਿਸ ਤਰ੍ਹਾਂ ਉਹਨੂੰ ਥੋੜ੍ਹਾ ਉਹਨੂੰ ਮਤਲਬ ਟਾਈਮ ਮਿਲੇ ਅਤੇ ਗਲ ਜੇ। ਅਤੇ ਜਿਹੜੀ ਇਹ ਆ ਜਿਹੜੀ ਸਾਡੇ ਲੋਕਾਂ ਦੀ ਧਾਰਨਾ ਬਣੀ ਹੋਈ ਕਿ ਸਾਫ ਸੁਥਰਾ ਹੋਵੇ ਫਿਰ ਹੀ ਸਾਡੀ ਫਸਲ ਚੰਗੀ ਹੋਊ। ਅਸੀਂ ਤਾਂ 1 ਸਾਲ ਕਣਕ ਜਿਹੜੀ ਸੀ ਬਿਲਕੁਲ ਉੱਪਰ ਛੱਟਾ ਦੇ ਕੇ ਉੱਪਰ ਕਟਰ ਫੇਰ ਕੇ ਉਹਨੂੰ ਬਸ ਢੱਕਤਾ ਔਰ ਬਹੁਤ ਅੱਛਾ ਝਾੜ ਮਿਲਿਆ। ਕੋਈ ਫਰਕ ਨਹੀਂ ਪੈਂਦਾ, ਬਸ ਸਿਰਫ ਅਤੇ ਸਿਰਫ ਜਿਹੜਾ ਅਸੀਂ ਪੈਲੀ ਸੋਹਣੀ ਲੱਗੇ ਅਤੇ ਇੰਝ ਲੱਗੇ ਕਿ ਮਤਲਬ ਜਿਸ ਤਰ੍ਹਾਂ ਡਰਾਇੰਗ ਦੇ ਲੀਕਾਂ ਆਈਆਂ, ਇੱਦਾਂ ਨਹੀਂ ਹੁੰਦਾ। ਖੇਤੀ ਸ਼ੁਰੂ ਤੋਂ ਹੀ ਜਿਹੜਾ ਵਾ ਉਹਦੇ ਵਿੱਚ ਦਾਣੇ ਨੇ ਜਿੰਨੀ ਉਹਦੀ ਸ਼ਮਤਾ ਵਾ ਉਹਨੇ ਉਸ ਮੁਤਾਬਕ ਸਾਨੂੰ ਝਾੜ ਦੇ ਹੀ ਦੇਣਾ ਹੁੰਦਾ। ਪੈਲੀ 'ਚ ਡਿੱਗਣਾ ਚਾਹੀਦਾ
ਤੇ ਇਸ ਕਰਕੇ ਮੈਂ ਤੇ ਇਸ ਚੀਜ਼ ਦੇ ਬਹੁਤ ਸਖਤ ਖਿਲਾਫ ਹਾਂ। ਨਾਲੇ ਸਾਡਾ ਜਿਹੜਾ ਵਾਤਾਵਰਣ ਹੈ, ਜਿਸ ਤਰ੍ਹਾਂ ਹਵਾ ਆ ਉਹ ਬਹੁਤ ਜ਼ਿਆਦਾ ਖਰਾਬ ਹੁੰਦੀ ਆ, ਉਹਨਾਂ ਦਿਨਾਂ ਵਿੱਚ ਸਾਹ ਦੀਆਂ ਬੜੀਆਂ ਪ੍ਰੋਬਲਮਸ ਆ ਜਾਂਦੀਆਂ। ਸੋ ਸਾਨੂੰ ਇਹ ਸਭ ਨੂੰ ਸੋਚਣਾ ਚਾਹੀਦਾ ਕਿ ਇਹਦੇ ਨਾਲ ਸਾਨੂੰ ਲਾਭ ਕੀ ਮਿਲ ਰਿਹਾ, ਉਲਟਾ ਸਾਨੂੰ ਨੁਕਸਾਨ ਹੈ। ਜਿਹੜੀ ਸਲਫਰ ਹੈ ਉਹ ਇੰਨੀ 50 ਡਿਗਰੀ ਤੇ ਵੈਸੇ ਹੀ ਸੜ ਜਾਂਦੀ ਆ, ਤੇ ਸਾਡੀ ਜਿਹੜੀ ਪਈਆਂ ਹੋਈਆਂ ਖਾਦਾਂ ਵਾ ਉੱਪਰਲੀ ਲੇਅਰ 'ਚ ਉੱਦਾਂ ਸੜ ਜਾਣੀਆਂ। ਤੇ ਜਦ ਕਿ ਜਿਹੜੀ ਪਰਾਲੀ ਆ ਉਹ ਆਪਣੇ ਆਪ 'ਚ ਇੱਕ ਖਾਦ ਹੈ। ਪਰਾਲੀ ਇਹ ਸਾਨੂੰ ਵਿੱਚ ਹੀ ਵਾਉਣੀ ਚਾਹੀਦੀ ਹੈ ਪੂਰੀ ਤਰ੍ਹਾਂ ਨਾਲ। ਅਗਰ ਉਹ ਪਰਾਲੀ ਜਿਹੜੀ ਵਿੱਚ ਹੀ ਪੈਲੀ ਦੇ ਚਲੀ ਜਾਊਗੀ ਤਾਂ ਖਾਦ ਦਾ ਕੰਮ ਕਰੂਗੀ। ਇਹ ਤੁਸੀਂ ਸਾਰੇ ਜਾਣੇ ਆਪਣੇ ਲੈਵਲ ਤੇ ਜ਼ਰੂਰ ਤਜਰਬਾ ਕਰਕੇ ਦੇਖੋ। ਅੱਜ ਕੱਲ੍ਹ ਦਾ ਯੁੱਗ ਜਿਹੜਾ ਦਿਖਾਵੇ ਦਾ ਯੁੱਗ ਹੈ, ਇਹਦੇ ਵਿੱਚ ਜਿਹੜੀ ਇਸ ਤੋਂ ਕਿਸਾਨ ਵੀ ਨਹੀਂ ਪਿੱਛੇ ਹੈਗਾ। ਜਿਹੜਾ ਕਿ ਖੇਤੀ ਦੇ ਸੰਦ ਨੇ, ਅਗਰ ਅਸੀਂ ਕੋਆਪਰੇਟਿਵ ਸੁਸਾਇਟੀਆਂ ਬਣਾਈਏ ਜਿਸ ਦੇ ਉੱਪਰ ਕਿ ਸਰਕਾਰ ਵੀ ਜ਼ੋਰ ਦੇ ਰਹੀ ਹੈ, ਤਾਂ ਉਹਦੇ ਵਿੱਚ ਸਾਨੂੰ ਕਿੰਨੀਆਂ ਹੀ ਮਸ਼ੀਨਾਂ ਮਿਲ ਜਾਂਦੀਆਂ। ਔਰ ਸਾਨੂੰ ਉਹ ਜਿਹੜੀਆਂ ਮਸ਼ੀਨਾਂ ਨੇ ਉਹ ਅਸੀਂ ਇੱਕੋ ਵਾਰੀ ਤਾਂ ਕਿਸੇ ਨੇ ਵੀ ਵਰਤਣੀਆਂ ਹੁੰਦੀਆਂ, ਬਲਕਿ ਇੱਕ ਦੂਜੇ ਦਾ ਸਾਥ ਦੇ ਕੇ ਕੋਆਪਰੇਟਿਵ ਤਰੀਕੇ ਨਾਲ ਮਸ਼ੀਨਰੀ ਲਿਆ ਕੇ ਉਹਦੇ ਦੁਆਰਾ ਅਸੀਂ ਆਪਣੇ ਮਸਲੇ ਹੱਲ ਕਰ ਸਕਦੇ। ਜਿਸ ਤਰ੍ਹਾਂ ਪਰਾਲੀ ਪ੍ਰਬੰਧਨ ਹੈ, ਉਹਦੇ ਉੱਪਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਮਸ਼ੀਨਾਂ ਹੈਗੀਆਂ, ਪਰ ਸਾਨੂੰ ਰਲ ਕੇ ਇਹਦੇ ਉੱਤੇ ਕੰਮ ਕਰਨ ਦੀ ਲੋੜ ਹੈ। ਕਿਉਂਕਿ ਜਿਹੜਾ ਖੇਤੀ ਹੈ ਇਹ ਇੱਕ ਬੰਦੇ ਦਾ ਤੇ ਕੰਮ ਨਹੀਂ, ਇਹਦੇ ਵਿੱਚ ਤੇ ਹਰ ਇੱਕ ਨੂੰ ਪਤਾ ਹੈ ਕਿ 3 ਬੱਬੇ ਚਾਹੀਦੇ, ਬੰਬੀ, ਬਟੂਆ ਤੇ ਬੰਦੇ। ਇਸ ਤੋਂ ਬਗੈਰ ਤੇ ਕੰਮ ਹੋਣਾ ਨਹੀਂ। ਸੋ ਸਾਨੂੰ ਸਾਰਿਆਂ ਨੂੰ ਸੁਸਾਇਟੀ ਬਣਾ ਕੇ ਮੈਂ ਵੀ ਹੁਣ ਰੀਸੈਂਟਲੀ ਸੁਸਾਇਟੀ ਬਣਾਈ ਹੈ ਜਿਹਦੇ ਤਹਿਤ ਮੈਂ ਮਸ਼ੀਨਰੀ ਲੈ ਰਹੀ ਹਾਂ, ਔਰ ਮੈਂ ਉਹਨੂੰ ਕਸਟਮ ਹਾਇਰਿੰਗ ਸੈਂਟਰ 'ਚ ਤਬਦੀਲ ਕਰਕੇ ਔਰ ਨੈਟ ਉੱਪਰ ਵੀ ਪਾ ਦਾਂਗੀ। ਜੇ ਮੇਰੇ ਆਸ-ਪਾਸ ਕਿਸੇ ਵੀ ਮੇਰੇ ਕਿਸਾਨ ਵੀਰ ਭਰਾ ਨੂੰ ਲੋੜ ਪਏਗੀ ਉਹ ਮੇਰੇ ਕੋਲੋਂ ਆ ਕੇ ਲੈ ਸਕਦਾ ਹੈ। ਇਹ ਖੇਤੀ ਜਿਹੜੀ ਆ ਉਹ ਇੱਕ ਦੂਜੇ ਦੇ ਸਾਥ ਨਾਲ ਹੱਥ ਵਧਾਉਣ ਨਾਲ ਹੀ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਇਹਦੇ ਵਿੱਚ ਫਾਇਦਾ ਮਿਲੇਗਾ। ਇਹ ਸਾਨੂੰ ਸਭ ਨੂੰ ਸਮਝ ਲੈਣਾ ਚਾਹੀਦਾ। ਔਰ ਅੱਜ ਕੱਲ੍ਹ ਜਿਸ ਤਰ੍ਹਾਂ ਕਿ ਮੇਰੇ ਕੋਲ ਹੀ ਹੋਵੇ, ਦੂਸਰੇ ਕੋਲ ਨਾ ਹੀ ਹੋਵੇ, ਇਹ ਵਾਲੀ ਗੱਲ ਨੂੰ ਸਾਨੂੰ ਸਭ ਨੂੰ ਛੱਡਣਾ ਚਾਹੀਦਾ ਹੈ। ਇਸ ਦੇ ਨਾਲ ਹੀ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਇਸ ਮੌਕੇ ਤੇ ਇੱਕ ਸੁਨੇਹਾ ਦੇਣਾ ਚਾਹਾਂਗੀ ਕਿ ਜਿਵੇਂ ਮੇਰਾ ਵਿਸ਼ਾ ਪੌਦ ਸੁਰੱਖਿਆ ਹੈ, ਮੈਂ ਕੀੜੇ ਤੇ ਬਿਮਾਰੀਆਂ ਦੇ ਨਾਲ ਡੀਲ ਕਰਦੀ ਹੈਗੀ ਹਾਂ। ਤਾਂ ਇਸ ਟਾਈਮ ਮੈਂ ਜਿੰਨਾ ਦੇਖਿਆ ਕਿ ਸਰਵੇ ਕਰਕੇ ਅੰਮ੍ਰਿਤਸਰ ਡਿਸਟ੍ਰਿਕਟ 'ਚ ਜਾਂ ਤੁਸੀਂ ਆਲੇ ਦੁਆਲੇ ਵੀ ਦੇਖੋ, ਤੇ ਜਿਹੜੀਆਂ ਸੁੰਡੀ ਦਾ ਹਮਲਾ ਜਾਂ ਗੋਭ ਦੀ ਪੱਤਾ ਲਪੇਟ ਸੁੰਡੀ ਹੈ ਜਾਂ ਗੋਭ ਦੀ ਸੁੰਡੀ ਹੈ, ਉਹਦੇ ਹਮਲਾ ਹੋਣ ਦਾ ਅੰਦੇਸ਼ਾ ਜੇ ਕਿਸਾਨ ਵੀਰਾਂ ਨੂੰ ਹੋ ਰਿਹਾ ਤੇ ਉਹ ਬਿਲਕੁਲ ਵੀ ਕਿਸੇ ਡੀਲਰ ਦੇ ਆਖੇ ਨਾ ਲੱਗਣ ਤੇ ਨਾ ਹੀ ਕਿਸੇ ਗਵਾਂਢੀ ਦੇ ਪੰਪ ਚੁੱਕਣ ਤੇ ਉਹਦੇ ਮਗਰ ਲੱਗਣ ਕਿ ਅਸੀਂ ਵੀ ਸਪਰੇਅ ਕਰਨਾ। ਤੁਸੀਂ ਆਪਣੇ ਖੇਤ ਵਿੱਚ ਜਾਓ, ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਇਸ ਟਾਈਮ ਤੁਹਾਨੂੰ ਐਗ ਮਾਸਿਸ ਨਜ਼ਰ ਆਉਣਗੇ, ਅੰਡੇ, ਜਿਹੜੀ ਗੋਭ ਦੀ ਸੁੰਡੀ ਹੈ ਉਹਨੇ ਪੱਤੇ ਦੇ ਉੱਪਰ ਅੰਡੇ ਦੇ ਕੇ ਉਹਦੇ ਉੱਪਰ ਜਾਲੀ ਜੀ ਚੜਾਈ ਹੁੰਦੀ ਹੈ, ਉੱਤੇ ਜਾਲੀ ਜੀ ਚੜੀ ਹੁੰਦੀ ਹੈ। ਜੇ ਤੁਹਾਨੂੰ ਕਿਤੇ ਨਜ਼ਰ ਆ ਰਹੀ ਹੈ ਜਾਂ ਪੱਤਾ ਲਪੇਟ ਤੁਹਾਨੂੰ ਕਿਤੇ ਨਜ਼ਰ ਆ ਰਹੀ ਹੈ ਕਿ ਪੱਤੇ ਤੇ ਚਿੱਟੇ ਰੰਗ ਦੀਆਂ ਲੀਕਾਂ ਵੱਜੀਆਂ ਹੋਈਆਂ ਨੇ, ਤੇ ਉਹ ਜੇ ਤੁਹਾਨੂੰ ਨਜ਼ਰ ਆਂਦਾ ਹੈਗਾ ਤੇ ਫਿਰ ਐਗ ਮਾਸਿਸ ਨਜ਼ਰ ਆ ਰਹੇ ਹੈ, ਤੁਹਾਨੂੰ ਅਟੈਕ ਨਜ਼ਰ ਆ ਰਿਹਾ। ਜੇ ਤੁਹਾਨੂੰ ਮੈਂ ਦੱਸਾਂ ਕਿ ਜੇ ਤੁਸੀਂ ਗੋਭ ਦੀ ਸੁੰਡੀ ਵਾਸਤੇ ਸਪਰੇਅ ਕਰਨਾ ਹੈਗਾ ਤੇ 5% ਅਸੀਂ ਕਹਿੰਦੇ ਕਿ ਉਹਦਾ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਹੈਗਾ ਕਿ 5% ਬੂਟੇ ਜੇ ਤੁਹਾਡੇ ਉਹਨਾਂ ਤੇ ਹੈਗਾ ਅਟੈਕ, ਫਿਰ ਤੁਸੀਂ ਸਪਰੇਅ ਕਰੋ, ਨਹੀਂ ਤਾਂ ਸਪਰੇਅ ਕਰਨ ਦੀ ਲੋੜ ਨਹੀਂ ਹੈਗੀ। ਜੇ ਪੱਤਾ ਲਪੇਟ ਸੁੰਡੀ ਹੈ ਤਾਂ ਉਹਦਾ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਜਿਹੜਾ ਹੈਗਾ ਉਹ 10% ਹੈਗਾ, ਕਿਉਂਕਿ ਪੱਤਾ ਲਪੇਟ ਸੁੰਡੀ ਕਿਸਾਨ ਵੀਰਾਂ ਨੂੰ ਪਤਾ ਹੀ ਹੋਏਗਾ ਕਿ ਜਦੋਂ ਮੀਂਹ ਪੈਂਦਾ ਤੇ ਉਹ ਆਪਣੇ ਆਪ ਹੀ ਘਟ ਜਾਂਦੀ ਹੈ, ਕਿਉਂਕਿ ਉਹਦੀਆਂ ਅਗਲੀਆਂ ਪ੍ਰੋਲੈਗਸ ਨਹੀਂ ਹੁੰਦੀਆਂ, ਉਹ ਮੀਂਹ ਦੇ ਨਾਲ ਝੜ ਜਾਂਦੀ ਹੈ। ਤੇ ਵੈਸੇ ਵੀ ਜੇ ਤੁਸੀਂ ਬੰਨੇ ਰੱਸੀ ਲੈ ਕੇ ਸਿੱਧੇ ਇੱਕ ਵਾਰੀ ਤੁਰ ਜਾਓ ਤੇ ਫਿਰ ਉਤੋਂ ਪੱਤਿਆਂ ਨੂੰ ਹਿਲਾਉਂਦੇ ਹੋਏ ਉਸੇ ਰੱਸੀ ਨਾਲ ਝਾੜਦੇ ਹੋਏ ਪੱਤਿਆਂ ਨੂੰ ਪਿੱਛੇ ਆ ਜਾਓ ਤੇ ਤੁਹਾਡੀ ਜਿਹੜੀ ਪੱਤਾ ਲਪੇਟ ਸੁੰਡੀ ਦਾ ਅਟੈਕ ਹੈ ਕਾਫੀ ਹੱਦ ਤੱਕ ਘਟ ਜਾਂਦਾ ਹੈ ਜਾਂ ਮੀਂਹ ਦੇ ਨਾਲ ਘਟ ਜਾਂਦਾ। ਉਹਨਾਂ ਵਾਸਤੇ ਸਪਰੇਅ ਕਰਨ ਦੀ ਲੋੜ ਬਿਲਕੁਲ ਵੀ ਨਹੀਂ ਪੈਂਦੀ। ਸੋ ਆਹ ਦੋਨੋਂ ਸੁੰਡੀਆਂ 'ਚ ਤੁਹਾਨੂੰ ਲੱਗਦਾ ਹੈ ਕਿ ਖੇਤ ਦੇ ਵਿੱਚ ਇੰਨਾ 5% 10% ਅਟੈਕ ਆ ਰਿਹਾ, ਫਿਰ ਤੁਸੀਂ ਦਵਾਈਆਂ ਵਰਤੋ, ਨਹੀਂ ਤਾਂ ਤੁਹਾਨੂੰ ਦਵਾਈ ਵਰਤਣ ਦੀ ਲੋੜ ਨਹੀਂ ਹੈਗੀ। ਨਾਲ ਹੀ ਮੈਂ ਇੱਕ ਹੋਰ ਸੁਨੇਹਾ ਦੇਵਾਂਗੀ ਕਿ ਅਸੀਂ ਅਕਸਰ ਆਪਣੀ ਵੱਟਾ ਬੰਨੇ ਸਾਫ਼ ਕਰਨ ਲਈ ਕੋਈ ਨਦੀਨਨਾਸ਼ਕ ਦਵਾਈ ਦਾ ਸਪਰੇਅ ਕਰ ਦਿੰਦੇ ਹਾਂ। ਉਹਦੇ ਨਾਲ ਕੀ ਹੁੰਦਾ ਹੈ ਕਿ ਬੰਨੇ ਸਾਡੇ ਜਿਹੜੇ ਪੱਤੇ ਉਹਨਾਂ 'ਤੇ ਚਟਾਕ ਪੈ ਜਾਂਦੇ ਹੈ ਔਰ ਸਾਨੂੰ ਕਈ ਵਾਰੀ ਲੱਗਦਾ ਹੈ ਕਿ ਬਿਮਾਰੀ ਆ ਗਈ, ਸ਼ੀਤ ਬਲਾਈਟ ਆ ਗਈ। ਸੋ ਮੈਨੂੰ ਕਿਸਾਨ ਵੀਰਾਂ ਨੂੰ ਇਹੀ ਮੇਰੀ ਗੁਜ਼ਾਰਿਸ਼ ਹੈਗੀ ਹੈ ਕਿ ਉਹ ਵੱਟਾ ਬੰਨਾ ਨਾ ਦੇਖਣ, ਅੰਦਰ ਥੋੜ੍ਹਾ ਵੜ ਕੇ ਦੇਖਣ। ਜੇ ਅੰਦਰ ਵੀ ਪੱਤਿਆਂ ਦੇ ਉੱਪਰ ਕੌਡੀਆਂ ਪਈਆਂ ਨੇ, ਬਿਮਾਰੀ ਦਾ ਹਮਲਾ ਉਹਨਾਂ ਨੂੰ ਜਾਪਦਾ ਹੈ ਕਿ ਖੇਤ ਦੇ ਅੰਦਰ ਤੱਕ ਹੈਗਾ, ਫਿਰ ਉਹ ਕਿਸੇ ਉੱਲੀ ਮਾਰ ਦਵਾਈ ਦਾ ਸਪਰੇਅ ਕਰਨ, ਨਹੀਂ ਤਾਂ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਉਹ ਤੇ ਨਦੀਨਾਸ਼ਕ ਦਵਾਈ ਦੇ ਛਿੱਟੇ ਪਏ ਆ, ਉਹਦੇ ਨਾਲ ਲੱਗਦਾ ਹੈ ਕਿ ਬਿਮਾਰੀ ਪਈ ਹੈ, ਨਹੀਂ ਤਾਂ ਬਿਮਾਰੀ ਨਹੀਂ ਹੈਗੀ। ਕਿਉਂਕਿ ਅਸੀਂ ਜਿੰਨਾ ਦੇਖਿਆ ਸਾਨੂੰ ਬਿਮਾਰੀ ਕਿਤੇ ਨਹੀਂ ਲੱਗੀ, ਉਹ ਨਦੀਨਾਸ਼ਕ ਦਵਾਈ ਦਾ ਕਰਕੇ ਹੀ ਉਹ ਪੱਤਿਆਂ ਤੇ ਚਟਾਕ ਪਏ ਨੇ ਜਾਂ ਕੌਡੀਆਂ ਪਈਆਂ ਹੈਗੀਆਂ। ਬਾਕੀ ਜੇ ਤੁਸੀਂ ਕੋਈ ਦਵਾਈ ਸਪਰੇਅ ਕਰਦੇ ਹੋ ਤੇ ਜੇ ਕੀੜੇ ਮਾਰ ਦਵਾਈ ਕਰ ਰਹੇ ਹੋ, ਜੇ ਤੁਸੀਂ ਫੇਮ ਜਾਂ ਕੋਈ ਇੱਦਾਂ ਦੀ ਦਵਾਈ ਯੂਜ਼ ਕਰ ਰਹੇ ਹੋ ਤੇ ਤੁਹਾਨੂੰ 100 ਲੀਟਰ ਪਾਣੀ ਸਪਰੇਅ ਕਰਨਾ ਚਾਹੀਦਾ। ਤੇ ਜੇ ਤੁਸੀਂ ਬੂਟਾ ਜਦੋਂ ਝੋਨਾ ਜਾਂ ਬਾਸਮਤੀ ਗੱਭੇ ਆ ਜਾਂਦਾ ਤੇ ਕੋਈ ਉੱਲੀ ਮਾਰ ਦਵਾਈ ਜੇ ਤੁਸੀਂ ਸਪਰੇਅ ਕਰਨੀ ਹੈ ਤੇ ਉਹਦੇ ਵਾਸਤੇ ਤੁਸੀਂ ਜ਼ਰੂਰ 200 ਲੀਟਰ ਪਾਣੀ ਲਾਓ, ਤਾਂ ਕਿ ਜਿਹੜੀ ਦਵਾਈ ਹੈਗੀ ਹੈ ਪੂਰੀ ਗੋਭ ਦੇ ਅੰਦਰ ਜਾਵੇ, ਇੱਕ ਦਾਣੇ ਤੱਕ ਦਵਾਈ ਪਹੁੰਚ ਕਰੇ ਔਰ ਜਿਹੜਾ ਇੱਕ ਦਾਣਾ ਤੇ ਇੱਕ ਜਿਹੜਾ ਸਿੱਟਾ ਜਾਂ ਇੱਕ ਪੱਤਾ ਸਾਡਾ ਨਰੋਇਆ ਹੋ ਜੇ ਤੇ ਉਹਦੇ ਤੇ ਬਿਮਾਰੀ ਨਾ ਆਵੇ। ਕਿਉਂਕਿ
ਦਵਾਈ ਜਿਹੜੀ ਹੈਗੀ ਹੈ ਉਹਦੇ ਲਈ ਸਹੀ ਨੋਜ਼ਲ, ਸਹੀ ਸਮਾਂ ਤੇ ਸਹੀ ਜਿਹੜੀ ਪਾਣੀ ਦੀ ਵਰਤੋਂ ਹੈ ਉਹ ਬਹੁਤ ਜ਼ਰੂਰੀ ਹੈ। ਮੈਂ ਦੁਬਾਰਾ ਕਹਾਂਗੀ ਕਿ ਜੇ ਕੀੜੇ ਮਾਰ ਦਵਾਈ ਸਪਰੇਅ ਕਰਨੀ ਹੈ ਤਾਂ 100 ਲੀਟਰ ਪਾਣੀ ਦੀ ਵਰਤੋਂ ਕੀਤੀ ਜਾਵੇ, ਤੇ ਜੇ ਤੁਸੀਂ ਉੱਲੀ ਮਾਰ ਕੋਈ ਦਵਾਈ ਸਪਰੇਅ ਕਰ ਰਹੇ ਹੋ ਤਾਂ ਉਹਦੇ ਵਾਸਤੇ 200 ਲੀਟਰ ਪਾਣੀ ਵਰਤੋ ਔਰ ਗੋਲੀਜ਼ਰ ਦੀ ਵਰਤੋਂ ਕਰੋ ਔਰ ਸਹੀ ਪਾਣੀ ਕਰੋ। ਔਰ ਜਿਹੜਾ ਬੂਟਾ ਜਦੋਂ ਗੱਭੇ ਆ ਜਾਏ ਉਦੋਂ ਉੱਲੀ ਮਾਰ ਦਵਾਈ ਦਾ ਸਪਰੇਅ ਦਾ ਅਸਰ ਸਭ ਤੋਂ ਵੱਧ ਹੁੰਦਾ ਹੈ, 5% ਬੂਟੇ ਨਿਸਰੇ ਹੋਣ। ਖੇਤੀ ਵਿੱਚ ਤੇ ਤੁਸੀਂ ਜਿਸ ਤਰ੍ਹਾਂ ਮਰਜ਼ੀ ਬਹੁਤ ਜ਼ਿਆਦਾ ਵਿਸਥਾਰ ਹੈ ਕਿ ਸਾਡੀ ਤਾਂ ਸ਼ੁਰੂਆਤ ਹੀ ਸ਼ੁਰੂ ਇੱਥੋਂ ਹੁੰਦੀ ਹੈ ਕਿ ਸਵੇਰੇ ਉੱਠ ਕੇ ਸਾਡਾ ਖਾਣਾ ਪੀਣਾ ਸਭ ਕੁਝ ਇਸੇ ਦੇ ਆਧਾਰ ਤੇ ਹੈ, ਖੇਤੀ ਦੇ ਆਧਾਰ ਤੇ। ਸੋ ਅੱਜ ਕੱਲ੍ਹ ਜਿਸ ਤਰ੍ਹਾਂ ਹੁਣ ਨਵਾਂ ਅੱਜ ਕੱਲ੍ਹ ਆ ਰਹੀ ਹੈ, ਜਿਸ ਤਰ੍ਹਾਂ ਕਿ ਹਰ ਬੰਦਾ ਜਿਹੜਾ ਵਾ ਉਹ ਵਰਕਿੰਗ ਹੋ ਗਿਆ, ਉਸ ਚੱਕਰ ਵਿੱਚ ਸਾਨੂੰ ਇਹ ਜਿਹੜਾ ਵਾ ਹਰ ਚੀਜ਼ ਨੂੰ ਅਸੀਂ ਪੈਕਿੰਗ ਕਰਕੇ ਵੇਚ ਸਕਦੇ, ਚੌਲ ਵੀ ਪੈਕਿੰਗ ਕਰ ਸਕਦੇ, ਆਟਾ ਵੀ ਕਰ ਸਕੇ ਵੇਚ ਸਕਦੇ ਹਾਂ। ਦੁੱਧ ਦੀਆਂ ਮਸ਼ੀਨਾਂ ਵੀ ਇਹੋ ਜਿਹੀਆਂ ਆ ਗਈਆਂ ਕਿ ਤੁਸੀਂ ਚਿਲਡ ਕਰਕੇ ਆਪਣੇ ਛੋਟੇ ਛੋਟੇ ਲੈ ਕੇ ਔਰ ਘਰੇ ਹੀ ਉਹਨੂੰ ਪੈਕਿੰਗ ਕਰਦੇ, ਲੱਸੀ ਵੀ ਬਣਾ ਕੇ ਵੇਚ ਸਕਦੇ ਈਵਨ। ਕਿਉਂਕਿ ਹੁਣ ਜਿਹੜੀ ਹੈ ਯੁੱਗ ਜਿਹੜਾ ਵਾ ਉਹ ਬਿਲਕੁਲ ਬਦਲ ਰਿਹਾ, ਜਿਹਨੂੰ ਕਹਿੰਦੇ ਪੂਰੀ ਤਰ੍ਹਾਂ ਪਲਟੀ ਖਾ ਰਿਹਾ। ਤੁਸੀਂ ਸਾਰੇ ਮੇਰੀ ਇਹੋ ਹੀ ਸਭ ਨੂੰ ਸਲਾਹ ਹੈ ਕਿ ਤੁਸੀਂ ਇਸ ਚੀਜ਼ ਵਿੱਚ ਵੱਧ ਤੋਂ ਵੱਧ ਆ ਕੇ ਅੱਗੇ ਆਓ, ਤਾਂ ਕਿ ਤੁਸੀਂ ਜੋ ਵੀ ਪੈਦਾ ਕਰ ਰਹੇ ਹੋ ਉਸ ਨੂੰ ਪੈਕੇਜਿੰਗ ਕਰਕੇ ਮਾਰਕੀਟਿੰਗ ਕਰਨੀ ਸਿੱਖੋ। ਈਵਨ ਮੈਂ ਯੂਨੀਵਰਸਿਟੀ 'ਚ ਜਾ ਕੇ ਅਚਾਰ ਚਟਨੀਆਂ ਦਾ ਵੀ ਦੇਖਿਆ, ਉਸ ਡਿਪਾਰਟਮੈਂਟ 'ਚ ਵੀ ਮੈਂ ਕਿਸਾਨ ਕਲੱਬ ਦੇ ਵੀ ਮੈਂਬਰ ਹਾਂ। ਉੱਥੇ ਇੱਕ ਦੇ ਰਹੇ ਸੀਗੇ ਤੜਕਾ ਬਣਾ ਕੇ, ਮਤਲਬ ਵੇਖੋ ਇੱਕ ਸਵਾਣੀ ਨੇ ਘਰ 'ਚ ਤੜਕਾ ਕੱਟ ਕੇ ਤੜਕਾ ਲਾਉਣਾ ਵਾ, ਉਹ ਵੀ ਰੈਡੀਮੇਡ ਮਿਲ ਰਿਹਾ ਹੈ। ਔਰ ਅੱਜ ਕੱਲ੍ਹ ਤੇ ਸਭ ਨੂੰ ਪਤਾ ਹੀ ਹੈ, ਸਭ ਜਾਂਦੇ ਹੀ ਮਾਲ 'ਚ ਨੇ, ਪਰੌਂਠੇ ਮਿਲ ਰਹੇ ਨੇ, ਕੀ ਨਹੀਂ ਮਿਲ ਰਿਹਾ ਪੈਕਟਸ 'ਚ। ਸੋ ਸਾਨੂੰ ਵੀ ਇਸ ਉੱਪਰ ਥੋੜ੍ਹਾ ਜਿਹਾ ਧਿਆਨ ਦੇਣਾ ਚਾਹੀਦਾ ਹੈ ਕਿ ਸਿਰਫ ਅਗਰ ਥੋੜ੍ਹੀ ਜਿਹੀ ਅਸੀਂ ਹੋਰ ਮਿਹਨਤ ਕਰਕੇ ਤੇ ਆਪਣਾ ਇਸ ਮਾਰਕੀਟਿੰਗ ਵੱਲ ਧਿਆਨ ਕਰੀਏ ਤੇ ਸ਼ਾਇਦ ਉਹ ਵੀ ਇਸੇ ਤਰ੍ਹਾਂ ਹੀ ਹੱਲ ਹੋਣਾ। ਤੁਸੀਂ ਗਰੁੱਪ ਬਣਾ ਲਓ, ਜਿਸ ਤਰ੍ਹਾਂ ਸੁਸਾਇਟੀਜ਼ ਬਣਦੀਆਂ ਸੀਗੀ, ਹੁਣ ਵੀ ਇਹਦੇ 'ਚ ਵੀ ਸੁਸਾਇਟੀ ਬਣਾ ਕੇ ਤੁਸੀਂ ਗਰੁੱਪ ਬਣਾ ਕੇ ਬਹੁਤ ਕੁਝ ਕਰ ਸਕਦੇ ਜੇ, ਬਹੁਤ ਕੁਝ। ਮੈਂ ਆਪਣੇ ਕਿਸਾਨ ਵੀਰਾਂ ਨੂੰ ਤੇ ਭੈਣਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਜਿਹੜੀ ਖੇਤੀ ਆ ਇਹਦੇ ਵਿੱਚ ਜਿੰਨਾ ਵੀ ਤੁਸੀਂ ਚਾਹੋਗੇ ਓਨਾ ਉਹਦੇ ਵਿੱਚ ਤੁਸੀਂ ਗਰੋ ਕਰ ਸਕਦੇ ਹੋ। ਜਿਸ ਤਰ੍ਹਾਂ ਕਿਸਾਨ ਨੇ ਉਹ ਅਗਰ ਰਲ ਮਿਲ ਕੇ, ਮੈਂ ਹਰ ਵਾਰੀ ਸੁਸਾਇਟੀ ਜਾਂ ਬਣਾਉਣ ਦੇ ਉੱਪਰ ਕਿਉਂ ਜ਼ੋਰ ਦੇ ਰਹੀ ਹਾਂ, ਕਿਉਂਕਿ ਇਹ ਮਿਲ ਕੇ ਚੱਲਣ ਦੀ ਚੀਜ਼ ਹੈ। ਔਰ ਸਾਨੂੰ ਇਹਦੇ ਵਿੱਚ ਵੱਧ ਤੋਂ ਵੱਧ ਅੱਗੇ ਆ ਕੇ ਜਿਹੜੀ ਨਵੀਂ ਟੈਕਨੋਲੋਜੀ ਹੈ ਜਾਂ ਨਵੀਂ ਗਿਆਨ ਦੀਆਂ ਚੀਜ਼ਾਂ ਹਾਸਲ ਕਰਨ ਦੀਆਂ ਚੀਜ਼ਾਂ ਨੇ ਉਹ ਜ਼ਰੂਰ ਦੇਖਣੀਆਂ ਚਾਹੀਦੀਆਂ। ਇਹਦੇ ਵਿੱਚ ਕੋਈ ਵੀ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਜਿਹੜੀ ਤੁਸੀਂ ਨਹੀਂ ਕਰ ਸਕਦੇ। ਤੇ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਵੀ ਪਤਾ ਕਿ ਪੁਰਾਣੀਆਂ ਬੀਬੀਆਂ ਵੀ ਜਿਹੜੀਆਂ ਸੀਗੀਆਂ ਉਹ ਵੀ ਕੋਈ ਘਰ ਨਹੀਂ ਸੀ ਬੈਠਦੀਆਂ, ਆਦਮੀ ਜਿਹੜੇ ਸੀਗੇ ਉਹ ਖੇਤੀ ਸੰਭਾਲਦੇ ਸੀ ਤੇ ਔਰਤਾਂ ਆਪਣੇ ਐਨੀਮਲਸ ਜਿਹੜੇ ਪਸ਼ੂ ਸੀਗੇ ਉਹਨਾਂ ਨੂੰ ਸੰਭਾਲਦੀਆਂ ਸੀ। ਉਹਨਾਂ ਨੂੰ ਦੁੱਧ ਚੋਣਾ ਤੋਂ ਲੈ ਕੇ ਪੱਠੇ ਪਾਉਣ ਤੱਕ, ਪਾਣੀ ਢੋਣ ਤੱਕ ਔਰਤਾਂ ਹੀ ਸਭ ਕੰਮ ਕਰਦੀਆਂ ਸੀ। ਤੇ ਅੱਜ ਯੁੱਗ ਬਦਲਣ ਕਰਕੇ ਕੰਮ ਬਦਲ ਸਕਦਾ ਹੈ। ਤੁਸੀਂ ਬਾਹਰ ਨਿਕਲੋ, ਜਿਹੜਾ ਡਿਪਾਰਟਮੈਂਟ ਹੈਗਾ KVK ਹੋਮ ਸਾਇੰਸ ਜਿਹੜਾ ਡਿਪਾਰਟਮੈਂਟ, ਉਹਦੇ ਵਿੱਚ 10 ਤਰ੍ਹਾਂ ਦੇ ਕਿੱਤੇ ਆ ਜਿਹਦੇ ਉੱਪਰ ਤੁਸੀਂ ਟ੍ਰੇਨਿੰਗ ਲੈ ਕੇ ਖੁਦ ਦਾ ਕੰਮ ਸ਼ੁਰੂ ਕਰ ਸਕਦੇ ਹੋ। ਸੋ ਆਪ ਵੀ ਕੰਮ ਕਰ ਸਕਦੇ ਹੋ, ਦੂਸਰਿਆਂ ਨੂੰ ਵੀ ਰੋਜ਼ਗਾਰ ਦੇ ਸਕਦੇ ਹੋ। ਸੋ ਇਹੋ ਹੀ ਹੈ ਕਿ ਜਿਸ ਤਰ੍ਹਾਂ ਸਭ ਇਹੋ ਹੀ ਕਹਿੰਦੇ ਕਿ ਕੀ ਕੰਮ ਕਰਦਾ, ਖੇਤੀ ਕਰਦਾ ਹੈ, ਉਹਨੂੰ ਖੇਤੀ ਨੂੰ ਵਾਧੂ ਜਿਹਾ ਸਮਝਦੇ ਕਿ ਜਿਹੜਾ ਬੰਦਾ ਵਿਹਲਾ ਹੈ ਉਹ ਖੇਤੀ ਕਰ ਰਿਹਾ। ਇਸ ਤਰ੍ਹਾਂ ਕੁਛ ਨਹੀਂ ਹੈਗਾ। ਸਿਰਫ ਨੌਕਰੀ ਕਰਨਾ ਨਹੀਂ, ਸਾਨੂੰ ਜਿਸ ਤਰ੍ਹਾਂ ਕਿਹਾ ਗਿਆ ਹੈ ਕਿ ਉੱਤਮ ਖੇਤੀ, ਮੱਧਮ ਵਪਾਰ ਤੇ ਨਖਿੱਧ ਨੌਕਰੀ। ਅੱਜ ਵੀ ਖੇਤੀ ਉੱਤਮ ਹੈ ਤੇ ਉੱਤਮ ਸੀ ਤੇ ਉੱਤਮ ਰਹੇਗੀ। ਉਹਨੂੰ ਉੱਤਮ ਅਸੀਂ ਸਾਰਿਆਂ ਨੇ ਮਿਲ ਕੇ ਬਣਾਉਣਾ ਹੈ। ਸੋ ਪਲੀਜ਼ ਮੇਰੀ ਸਾਰਿਆਂ ਅੱਗੇ ਇਹੋ ਹੀ ਰਿਕੁਐਸਟ ਹੈ ਕਿ ਅੱਜ ਵੀ ਆਪਣੀ ਖੇਤੀ ਨੂੰ ਸਮਝੀਏ ਔਰ ਉਹਨੂੰ ਅੱਛੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰੀਏ। ਸਲਾਮ ਹੈ ਇਹੋ ਜਿਹੀਆਂ ਮਿਹਨਤਕਸ਼ ਕਿਸਾਨ ਬੀਬੀਆਂ ਨੂੰ। ਪ੍ਰੋਗਰਾਮ ਦੇਖ ਰਹੀਆਂ ਕਿਸਾਨ ਬੀਬੀਆਂ ਨੂੰ ਵੀ ਇਹਨਾਂ ਦੀ ਮਿਹਨਤ ਤੋਂ ਸਬਕ ਲੈਣਾ ਤਾਂ ਬਣਦਾ ਹੀ ਹੈ। ਆਪਾਂ ਵੀ ਬੀਬਾ ਹਰਿੰਦਰ ਕੌਰ ਵਾਂਗ ਝੋਨੇ ਦੀ ਪਰਾਲੀ ਨੂੰ ਜ਼ਮੀਨ ਦੇ ਵਿੱਚ ਵਾਹੀਏ ਅਤੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਈਏ। ਭਾਰਤ ਸਰਕਾਰ ਨੇ ਦਾਲਾਂ ਦੀ ਉਪਜ ਵਧਾਉਣ ਲਈ ਸਾਲ 2023-24 ਨੂੰ ਮੁੱਲ ਸਮਰਥਨ ਯੋਜਨਾ PSS ਦੇ ਤਹਿਤ ਅਰਹਰ, ਮਾਂ ਅਤੇ ਮਸਰ ਦੀ ਖਰੀਦ ਸੀਮਾ ਹਟਾ ਦਿੱਤੀ ਹੈ। ਕਿਸਾਨ ਹੁਣ ਇਸ ਸਾਲ ਮੁੱਲ ਸਮਰਥਨ ਯੋਜਨਾ PSS ਦੇ ਤਹਿਤ ਅਰਹਰ, ਮਾਂ ਅਤੇ ਮਸਰ ਦੀ ਆਪਣੀ ਉਪਜ ਦਾ ਜਿੰਨਾ ਮਰਜ਼ੀ ਹਿੱਸਾ ਵੇਚ ਸਕਦੇ ਹਨ। ਇਸ ਫੈਸਲੇ ਨਾਲ ਅਗਲੀ ਸਾਉਣੀ ਅਤੇ ਹਾੜੀ ਦੇ ਮੌਸਮ ਵਿੱਚ ਇਹਨਾਂ ਦਾਲਾਂ ਦੀ ਬਿਜਾਈ ਦਾ ਰਕਬਾ ਵਧਣ ਦੀ ਉਮੀਦ ਹੈ। ਉਪਭੋਗਤਾ ਮਸਲਿਆਂ ਦੇ ਵਿਭਾਗ ਨੇ
ਰਾਜ ਸਰਕਾਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਅਰਹਰ, ਮਾਂ ਅਤੇ ਮਸਰ ਤੇ ਲੱਗੀ ਸਟਾਕ ਸੀਮਾ ਦਾ ਸਖਤੀ ਨਾਲ ਪਾਲਣ ਕਰਨ ਅਤੇ ਇਹਨਾਂ ਦੀਆਂ ਕੀਮਤਾਂ ਤੇ ਨਿਗਰਾਨੀ ਰੱਖਣ।